ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਚਨਾ ਵਿੱਚ ਕੁਝ ਬਾਣੀਆਂ ਉਹ ਹਨ ਜਿਨ੍ਹਾਂ ਦੀ ਸਿੱਖ ਜਗਤ ਵਿੱਚ ਸਮੇਂ ਅਨੁਸਾਰ ਪੜ੍ਹਨ ਦੀ ਮਰਿਆਦਾ ਹੈ। ਜਿਵੇਂ ਜਪਜੀ ਸਾਹਿਬ ਅੰਮ੍ਰਿਤ ਵੇਲੇ ਸੋ ਦਰ ਦੀ ਬਾਣੀ, ਸ਼ਾਮ ਦੇ ਵਕਤ ਤੇ ਸੋਹਿਲੇ ਨਾਮ ਦੀ ਬਾਣੀ ਸੌਣ ਵੇਲੇ ਪੜ੍ਹਨ ਦੀ ਰੀਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਤੋਰੀ ਹੋਈ ਹੈ ਅਤੇ ਸ੍ਰੀ ਆਸਾ ਜੀ ਦੀ ਵਾਰ ਦੀਆਂ 24 ਪੌੜੀਆਂ ਰਚ ਕੇ ਅੰਮ੍ਰਿਤ ਵੇਲੇ ਕੀਰਤਨ ਕਰਨ ਦੀ ਮਰਿਆਦਾ ਤੋਰੀ। ਇਹ ਰੀਤ ਚੌਥੇ ਪਾਤਸ਼ਾਹ ਤੱਕ ਇਸੇ ਤਰ੍ਹਾਂ ਚੱਲਦੀ ਰਹੀ। ਗੁਰੂ ਘਰ ਦੇ ਰਬਾਬੀ ਕੀਰਤਨੀਏ ਆਪਣੀ ਆਪਣੀ ਬੁੱਧ ਅਨੁਸਾਰ ਪੌੜੀਆਂ ਤੋਂ ਪਹਿਲਾਂ ਵੱਖਰੇ ਵੱਖਰੇ ਸ਼ਬਦ ਪੜ੍ਹ ਲੈਂਦੇ ਸਨ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਕਿ ਹੇ ਮਹਾਰਾਜ, ਆਪ ਕੋਈ ਵਿਸ਼ੇਸ਼ ਸ਼ਬਦ ਉਚਾਰ ਕੇ ਕੀਰਤਨੀਆਂ ਲਈ ਮਰਿਆਦਾ ਕਾਇਮ ਕਰ ਦਿਓ, ਤਾਂ ਕਿ ਕੋਈ ਆਪਣੀ ਮਰਜ਼ੀ ਅਨੁਸਾਰ ਵੱਖਰੇ ਵੱਖਰੇ ਸ਼ਬਦ ਨਾ ਪੜ੍ਹੇ। ਤਿੰਨਾਂ ਗੁਰੂ ਸਾਹਿਬ ਜੀ ਨੇ ਆਸਾ ਰਾਗ ਵਿੱਚ 6 ਛੰਤ 4-4 ਪਦਿਆਂ ਵਾਲੇ ਉਚਾਰ ਕੇ ਆਗਿਆ ਦਿੱਤੀ ਕਿ ਹਰੇਕ ਪੌੜੀ ਦੇ ਅੱਗੇ ਛੰਤ ਦਾ ਇੱਕ ਪਦ ਪੜ੍ਹਨਾ, ਫਿਰ ਪੌੜੀ ਪੜ੍ਹਨੀ ਅਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਛੰਤਾਂ ਤੋਂ ਬਾਅਦ ਤੇ ਪੌੜੀਆਂ ਤੋਂ ਪਹਿਲਾਂ ਵਿਚਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਲੋਕ ਤੇ ਮਹੱਲੇ ਅਤੇ ਕੁਝ ਦੂਸਰੇ ਪਾਤਸ਼ਾਹ ਜੀ ਦੇ ਸ਼ਲੋਕ ਤੇ ਮਹੱਲੇ ਪੜ੍ਹਨ ਦੀ ਆਗਿਆ ਦਿੱਤੀ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਸਾ ਰਾਗ ਦੇ ਛੰਤਾਂ ਦੀ ਸਮਾਪਤੀ ਕਰਕੇ ਅੱਗੇ ਭਾਈ ਗੁਰਦਾਸ ਜੀ ਦੇ ਪਾਸੋਂ ਵਾਰ ਲਿਖਾਉਣੀ ਆਰੰਭ ਕਰਦੇ ਹਨ। ਇਹ ਐਸੀ ਅੰਮ੍ਰਿਤ ਰੂਪ ਵਾਰ ਹੈ ਜਿਸ ਵਿੱਚ ਪਖੰਡ ਦਾ ਖੰਡਨ, ਪਰਮਾਰਥ ਦਾ ਮੰਡਨ ਕੀਤਾ ਹੋਇਆ। ਇਸ ਪਵਿੱਤਰ ਵਾਰ ਦੇ ਤਾਈਂ ਸਤਿਗੁਰੂ ਜੀ ਨੇ ਹਰ ਰੋਜ਼ ਅੰਮ੍ਰਿਤ ਵੇਲੇ ਗੁਰਸਿੱਖਾਂ ਨੂੰ ਕੀਰਤਨ ਕਰਨ ਦੀ ਆਗਿਆ ਦਿੱਤੀ ਹੈ। ਗੁਰਸਿੱਖਾਂ ਦੀ ਐਸੀ ਭਾਵਨਾ ਹੈ ਕਿ ਇਹ ਜੋ ਵਾਰ ਹੈ ਇਹ ਮਨੁੱਖਾ ਜਨਮ ਦੀ 84 ਕੱਟਣ ਵਾਲੀ ਹੈ, ਕਿਉਂਕਿ ਇਸ ਦੇ 36 ਮਹੱਲੇ, 24 ਸ਼ਲੋਕ, 24 ਪੌੜੀਆਂ ਜਿਨ੍ਹਾਂ ਦਾ ਕੁੱਲ ਜੋੜ 84 ਬਣਦਾ ਹੈ। ਦੂਸਰਾ ਆਸਾ ਦੀ ਵਾਰ ਸਾਰੀਆਂ ਦੁਨਿਆਵੀ ਤੇ ਪਰਮਾਰਥ ਦੀਆਂ ਆਸਾਂ ਪੂਰੀਆਂ ਕਰਨ ਵਾਲੀ ਹੈ ਅਤੇ ਪਰਮਾਰਥੀ ਮਾਰਗ ਤੋਂ ਦੂਰ ਕਰਨ ਵਾਲੀਆਂ ਦੁਨਿਆਵੀ ਆਸਾ ਵਾਰ ਨੂੰ ਵਾਰ ਭਾਵ ਵਰਜਣ ਵਾਲੀ ਆ। ਇਸ ਦੇ ਆਦਿ ਵਿੱਚ ਗੁਰੂ ਸਾਹਿਬ ਜੀ ਮੰਗਲ ਲਿਖਦੇ ਹੋਏ ਉਚਾਰਨ ਕਰਦੇ ਹਨ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ਼ ਤੋਂ ਰਹਿਤ ਸੱਚ ਸਰੂਪ ਹੈ, ਨਾਮ ਕਹੀਏ ਪ੍ਰਸਿੱਧ ਹੈ, ਕਰਤਾ ਸਾਰਿਆਂ ਨੂੰ ਰਚਣ ਵਾਲਾ, ਕਰਤਾ ਸਾਰਿਆਂ ਥਾਵਾਂ ਵਿੱਚ ਪੁਰਖ ਪੂਰਨ ਹੈ, ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਉਸ ਦਾ ਅਕਾਲ ਕਾਲ ਤੋਂ ਰਹਿਤ ਮੂਰਤ ਸਰੂਪ ਹੈ, ਅਜੂਨੀ ਕਹੀਏ ਜੂਨਾਂ ਤੋਂ ਰਹਿਤ ਹੈ, ਅਜਨਮੰ ਸਰੂਪ ਹੈ, ਸੈਭੰ ਸੁਤੇ ਸਿੱਧ ਪ੍ਰਕਾਸ਼ ਸਰੂਪ ਹੈ, ਜੋ ਗੁਰਪ੍ਰਸਾਦ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਪਾਤਸ਼ਾਹ ਜੀ ਆਸਾ ਜੀ ਦੀ ਵਾਰ ਪ੍ਰਾਰੰਭ ਕਰਦੇ ਹਨ। ਪਹਿਲਾ ਸ਼ਲੋਕ ਸਤਿਗੁਰੂ ਉਚਾਰਨ ਕਰਦੇ ਹਨ, ਆਸਾ ਮਹੱਲਾ ਪਹਿਲਾ। ਰਾਗਮਾਲਾ ਅਨੁਸਾਰ ਆਸਾ ਮੇਘ ਰਾਗ ਦੀ ਰਾਗਣੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਸ ਰਾਗ ਵਿੱਚ ਬਹੁਤੀ ਹੈ, ਸੋ ਬਾਕੀ ਵੇਰਵਾ ਰਾਗ ਦੀ ਰੰਭਤਾ ਤੇ ਆਪ ਜੀ ਇਸ ਤਰ੍ਹਾਂ ਕਰਕੇ ਜਾਣ ਸਕਦੇ ਹੋ। ਆਸਾ ਜੀ ਦੀ ਵਾਰ ਵਿੱਚ ਜਿਤਨੀਆਂ ਪੌੜੀਆਂ ਆਉਣਗੀਆਂ ਉਹ ਪਹਿਲੇ ਪਾਤਸ਼ਾਹ ਜੀ ਦੀਆਂ ਹਨ। ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇਹ ਵਾਰ ਸ਼ਲੋਕਾਂ ਦੇ ਸਮੇਤ ਹੈ ਤੇ ਸ਼ਲੋਕ ਵੀ ਮਹੱਲੇ ਪਹਿਲੇ ਭਾਵ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਸ ਵਾਰ ਵਿੱਚ ਪੌੜੀ ਨਾਲ ਜੋੜ ਕੇ ਲਿਖੇ ਹਨ ਅਤੇ ਕੁਝ ਸ਼ਲੋਕ ਦੂਸਰੇ ਪਾਤਸ਼ਾਹ ਜੀ ਦੇ ਵੀ ਹਨ। ਟੁੰਡੇ ਅਸ ਰਾਜੈ ਕੀ ਧੁਨੀ,
ਇਹ ਅੱਖਰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਲਿਖ ਕੇ ਰਾਗੀਆਂ ਨੂੰ ਆਗਿਆ ਦਿੱਤੀ ਕਿ ਜਿਵੇਂ ਟੁੰਡੇ ਅਸ ਰਾਜੇ ਦੀ ਪੌੜੀ ਦੀ ਧੁਨੀ ਅਲਾਪੀ ਹੋਈ ਢਾਡੀ ਲੋਕ ਗਾਉਂਦੇ ਹਨ, ਤਿਵੇਂ ਸ੍ਰੀ ਆਸਾ ਜੀ ਦੀ ਵਾਰ ਦੀਆਂ ਪੌੜੀਆਂ ਗਾਇਨ ਕਰਨੀਆਂ ਹਨ। ਸ਼ਲੋਕ ਮਹੱਲਾ ਪਹਿਲਾ। ਪੁਰਾਤਨ ਜਨਮ ਸਾਖੀ ਅਨੁਸਾਰ ਜਦੋਂ ਸ਼ੇਖ ਬ੍ਰਹਮ ਨੇ ਸੁਣਿਆ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਸਾ ਰਾਗ ਵਿੱਚ ਅੱਲਾ ਦੀ ਵਾਰ ਕਥਨ ਕੀਤੀ ਹੈ ਤਾਂ ਉਸਨੇ ਗੁਰੂ ਜੀ ਨੂੰ ਕਿਹਾ ਕਿ ਵਾਰਾਂ ਸੁਣਾਓ, ਮੈਂ ਦੇਖਾਂ ਕਿ ਤੁਸਾਂ ਉਸ ਵਾਰ ਵਿੱਚ ਇੱਕ ਕਿਵੇਂ ਰੱਖਿਆ। ਵਾਰਤਾ ਦੋ ਤੋਂ ਬਿਨਾਂ ਹੁੰਦੀ ਨਹੀਂ। ਤਾਂ ਸਤਿਗੁਰੂ ਜੀ ਨੇ ਇਤਨਾ ਸੁਣ ਕੇ 9 ਸ਼ਲੋਕ ਪਾਕ ਪਟਨ ਵਿੱਚ ਸ਼ੇਖ ਬ੍ਰਹਮ ਦੇ ਪ੍ਰਥਾਏ ਉਚਾਰਨ ਕੀਤੇ ਅਤੇ ਨਾਲ ਪੌੜੀਆਂ ਦਾ ਸਿਧਾਂਤ ਸਮਝਾਇਆ। ਸੋ ਪ੍ਰਸ਼ਨ ਸੀ ਸ਼ੇਖ ਬ੍ਰਹਮ ਦਾ। ਉਹ ਕਹਿਣ ਲੱਗਾ, ਗੁਰੂ ਸਾਹਿਬ ਜੀ ਨੂੰ ਉਹਨੇ ਪੁੱਛਿਆ ਕਿ ਤੁਸੀਂ ਆਪਣੇ ਗੁਰੂ 'ਤੇ ਕਿਸ ਕਿਸ ਤਰ੍ਹਾਂ ਦੀ ਭਾਵਨਾ ਰੱਖਦੇ ਹੋ, ਕਿਉਂਕਿ ਹਰੇਕ ਸ਼ਿਸ਼ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹੈ। ਤੁਸੀਂ ਦੱਸੋ। ਗੁਰ ਉੱਤਰ ਬਖਸ਼ਿਸ਼ ਕਰਦੇ ਹਨ, ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ। ਹੇ ਭਾਈ, ਅਸੀਂ ਆਪਣੇ ਗੁਰੂ ਅਕਾਲ ਪੁਰਖ ਤੋਂ ਦਿਉਹਾੜੀ ਦਿਹਾੜੀ ਵਿੱਚ ਸਦਵਾਰ ਸੈਂਕੜੇ ਵਾਰੀ ਬਲਹਾਰ ਕੁਰਬਾਨ ਜਾਂਦੇ ਹਾਂ। ਜ਼ਿੰਦਗੀ ਰੂਪੀ ਦਿਹਾੜੀ ਵਿੱਚ ਸੈਂਕੜੇ ਵਾਰੀ ਬਲਹਾਰ ਜਾਂਦੇ ਹਾਂ। 4 ਪਹਿਰ ਵਿੱਚ ਸਦਾ ਸਦਾ ਵਾਰਨੇ ਜਾਂਦੇ ਹਾਂ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜਿਸ ਵਾਹਿਗੁਰੂ ਨੇ ਮਨੁੱਖਾਂ ਤੋਂ ਦੇਵਤੇ, ਦੇਵ ਪਦਵੀ ਵਾਲੇ ਜਾਂ ਦੈਵੀ ਸੰਪਦਾ ਵਾਲੇ, ਬ੍ਰਹਮ ਬੇਤੇ ਦਿਵ ਪ੍ਰਕਾਸ਼ ਸਰੂਪ ਵਾਲੇ ਕੀਏ ਭਾਵ ਬਣਾ ਦਿੱਤੇ ਹਨ ਤੇ ਕਰਤ ਬਣਾਉਂਦਿਆਂ ਨੂੰ ਕੋਈ ਬਹੁਤੀ ਦੇਰ ਵਾਰ ਭਾਵ ਦੇਰ ਨਹੀਂ ਲੱਗੀ, ਕਿਉਂਕਿ ਸਤਿਗੁਰੂ ਜੀ ਨੂੰ ਕੋਈ ਦੇਰ ਨਹੀਂ ਲੱਗੀ। ਫਿਰ ਉਹ ਪ੍ਰਸ਼ਨ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਾਕ ਪਟਨ ਵਿੱਚ ਬਲਹਾਰੀ ਗੁਰ ਵਾਲਾ ਸ਼ਬਦ ਉਚਾਰਨ ਕੀਤਾ ਹੈ, ਇਸ ਸ਼ਲੋਕ ਦੇ ਸਿਧਾਂਤ ਨੂੰ ਹੋਰ ਚੰਗੀ ਤਰ੍ਹਾਂ ਖੋਲ੍ਹ ਕੇ ਸਮਝਾਓ। ਤਾਂ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਦੀ ਮਹਿਮਾ ਦਾ ਅਤੇ ਗੁਰਾਂ ਤੋਂ ਬਲਹਾਰ ਜਾਣ ਦਾ ਇਹ ਸ਼ਬਦ ਇਸ ਤਰ੍ਹਾਂ ਕਰਕੇ ਉਚਾਰਨਾ ਕੀਤਾ ਹੈ ਕਿ ਗੁਰੂ ਤੋਂ ਬਿਨਾਂ ਗਿਆਨ ਦਾ ਚਾਨਣ ਕਦੇ ਵੀ ਪ੍ਰਾਪਤ ਨਹੀਂ ਹੋਇਆ। ਗੁਰੂ ਦੀ ਐਸੀ ਮਹਾਨਤਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਸ਼ਲੋਕ ਉਚਾਰਦੇ ਹਨ। ਮਹੱਲਾ ਦੂਜਾ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ। ਹੇ ਸਿੱਖੋ, ਜੇਕਰ 100 ਚੰਦਰਮਾ ਉਗਵਹਿ ਉਦੇ ਹੋ ਜਾਣ ਅਤੇ ਹਜ਼ਾਰਾਂ ਸੂਰਜ ਵੀ ਚੜ੍ਹ ਪੈਣ ਭਾਵ ਪ੍ਰਕਾਸ਼ ਹੋ ਜਾਣ, ਏਤੇ ਚਾਨਣ ਹੋਦਿਆ ਗੁਰ ਬਿਨ ਘੋਰ ਅੰਧਾਰ। ਇਤਨੇ ਚਾਨਣ ਪ੍ਰਕਾਸ਼ ਹੁੰਦਿਆਂ ਹੋਇਆਂ ਵੀ ਪੂਰਨ ਸਤਿਗੁਰੂ ਜੀ ਤੋਂ ਬਗੈਰ ਜੀਵ ਦੇ ਹਿਰਦੇ ਵਿੱਚ ਘੋਰ ਭਿਆਨਕ ਹਨੇਰਾ ਬਣਿਆ ਹੀ ਰਹਿੰਦਾ ਹੈ। ਭਾਵੇਂ ਚੰਦਰਮਾ ਅਤੇ ਸੂਰਜ ਬ੍ਰਹਿਮੰਡ ਵਿੱਚ ਪ੍ਰਕਾਸ਼ ਕਰਦੇ ਹਨ, ਪਰ ਉਹ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਨਹੀਂ ਕਰ ਸਕਦੇ। ਮਹੱਲਾ ਪਹਿਲਾ। ਮਹੱਲਾ ਪਹਿਲਾ। ਨਾਨਕ ਗੁਰੂ ਨ ਚੇਤਨੀ ਮਨ ਆਪਣੈ ਸੁਚੇਤ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੇ ਸ਼ੇਖ ਬ੍ਰਹਮ, ਜੋ ਪੁਰਖ ਗੁਰੂ ਅਕਾਲ ਪੁਰਖ ਨੂੰ ਚੇਤੇ ਨਹੀਂ ਨਾ ਕਰਦੇ ਅਤੇ ਆਪਣੇ ਆਪ ਦੇ ਹਿਰਦੇ ਵਿੱਚ ਹੀ ਅਨੇਕਾਂ ਪੁਸਤਕਾਂ ਪੜ੍ਹ ਕੇ ਸੁਚੇਤ ਸਾਵਧਾਨ ਦਾਨੇ ਬਣੀ ਬੈਠੇ ਹਨ, ਉਹ ਪੁਰਖ ਤਾਂ ਐਸੇ ਸਮਝ ਲਵੋ, ਛੁੱਟੇ ਤਿਲ ਬੁਆੜ ਜਿਉ ਸੁੰਨੇ ਅੰਦਰ ਖੇਤ। ਜਿਵੇਂ ਖੇਤ ਸੰਭਾਲਣ ਸਮੇਂ ਕਿਸਾਨ ਬੁਆੜ ਤਿਲ ਭਾਵ ਨਿਕੰਮੇ ਤਿਲਾਂ ਦੇ ਬੂਟਿਆਂ ਨੂੰ ਸੁਆਹ ਪਈ ਜਾਣ ਕੇ ਛੁੱਟੜ ਕਰ ਦਿੰਦੇ ਹਨ ਅਤੇ ਉਹਨਾਂ ਸੁਆਹ ਵਾਲੇ ਤਿਲਾਂ ਦੇ ਬੂਟਿਆਂ ਨੂੰ ਖੇਤ ਦੇ ਅੰਦਰ ਸੁੰਨੇ ਖਾਲੀ ਹੀ ਛੱਡ ਦਿੰਦੇ ਹਨ। ਖੇਤੈ ਅੰਦਰ ਛੁੱਟਿਆ ਕਹੁ ਨਾਨਕ ਸੋ ਨਾਹ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਸ਼ੇਖ ਬ੍ਰਹਮ, ਜੋ ਸੁੰਨੀ ਜ਼ਮੀਨ ਦੇ ਵਿੱਚ ਨਿਕੰਮੇ ਤਿਲਾਂ ਦੇ ਬੂਟੇ ਛੁੱਟਿਆ ਭਾਵ ਛੱਡੇ ਜਾਂਦੇ ਹਨ, ਉਹਨਾਂ ਦਾ ਕੋਈ ਵੀ 100 ਮਾਲਕ ਨਾਹ ਨਹੀਂ ਹੁੰਦਾ, ਭਾਵ ਕੋਈ ਵੀ ਰੱਖਿਅਕ ਨਹੀਂ ਹੁੰਦਾ। ਫਲੀਐ ਫੁਲੀਐ ਬੱਬੜੇ ਭੀ ਤਨ ਵਿੱਚ ਸੁਆਹ।
ਭਾਵੇਂ ਉਹਨਾਂ ਬੱਪੜੇ ਵਿਚਾਰਿਆਂ ਤਿਲਾਂ ਦੇ ਬੂਟਿਆਂ ਨੂੰ ਫੁੱਲ ਵੀ ਲੱਗਦੇ ਹਨ ਤੇ ਡੋਡੀਆਂ ਰੂਪ ਵਿੱਚ ਫੁੱਲੀਐ ਫਲ ਵੀ ਲੱਗਦੇ ਆ, ਭਾਵ ਪ੍ਰਫੁੱਲਤ ਵੀ ਹੁੰਦੇ ਆ, ਪਰ ਫਿਰ ਵੀ ਉਹਨਾਂ ਦੇ ਤਨ ਸਰੀਰ ਭਾਵ ਡੋਡੀਆਂ ਦੇ ਵਿੱਚ ਅੰਦਰ ਸੁਆਹ ਭਸਮ ਹੀ ਤਿਆਰ ਹੁੰਦੀ ਆ, ਭਾਵ ਦਾਣਾ ਨਹੀਂ ਹੁੰਦਾ। ਇਸ ਕਰਕੇ ਉਸ ਦਾ ਕੋਈ ਰਾਖਾ ਨਹੀਂ ਅਤੇ ਨਾ ਹੀ ਜ਼ਿਮੀਂਦਾਰ ਲੋਕ ਉਸ ਨੂੰ ਕੱਟਦੇ ਆ। ਫਿਰ ਸ਼ੇਖ ਬ੍ਰਹਮ ਸਤਿਗੁਰਾਂ ਨੂੰ ਕਹਿਣ ਲੱਗਾ ਕਿ ਸੰਸਾਰ ਨੂੰ ਕਿਸ ਨੇ ਰਚਨਾ ਕੀਤਾ ਅਤੇ ਕਿਸ ਨੇ ਵੱਖਰੇ ਵੱਖਰੇ ਨਾਮ ਰੱਖੇ ਆ। ਗੁਰ ਉੱਤਰ ਪੌੜੀ ਰਾਹੀਂ ਦਿੰਦੇ ਹਨ। ਪੌੜੀ ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਉ। ਹੇ ਭਾਈ, ਆਪ ਹੀ ਨਿਰਗੁਣ ਨਿਰਾਕਾਰ ਪ੍ਰਮਾਤਮਾ ਨੇ ਆਪ ਨੂੰ ਸਰਗੁਣ ਰੂਪਤਾ ਵਿੱਚ ਸਾਜਿਓ ਪੈਦਾ ਕੀਤਾ ਹੈ, ਭਾਵ ਆਪਣੇ ਆਪ ਤੋਂ ਹੀ ਪਰਮੇਸ਼ਰ ਨੇ ਰੂਪ ਆਕਾਰ ਸਾਜਣਾ ਕੀਤੇ ਆ ਅਤੇ ਆਪ ਹੀ ਪਰਮੇਸ਼ਰ ਨੇ ਨਾਮ ਰਚਨਾ ਕੀਤੇ ਆ। ਸੋ ਅੱਗੇ ਸ਼ੇਖ ਬ੍ਰਹਮ ਕਹਿਣ ਲੱਗਾ ਕਿ ਮਹਾਰਾਜ, ਸ਼ੁੱਧ ਬ੍ਰਹਮ ਵਿੱਚ ਤਾਂ ਕੋਈ ਵੀ ਸ੍ਰਿਸ਼ਟੀ ਨਹੀਂ ਹੁੰਦੀ, ਤੁਸੀਂ ਸ਼ੁੱਧ ਬ੍ਰਹਮ ਵਿੱਚ ਸ੍ਰਿਸ਼ਟੀ ਕਿਵੇਂ ਕਹਿ ਦਿੱਤੀ ਹੈ। ਪਾਤਸ਼ਾਹ ਫਰਮਾਉਂਦੇ, ਗੁਰ ਉੱਤਰ ਦਿੰਦੇ ਆ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਉ। ਸ੍ਰਿਸ਼ਟੀ ਸ਼ੁੱਧ ਬ੍ਰਹਮ ਵਿੱਚ ਨਹੀਂ ਸਾਜੀ, ਉਹ ਆਪ ਤਾਂ ਨਿਰਲੇਪ ਹੈ। ਉਸ ਨੇ ਦੁਈ ਭਾਵ ਦੂਜੀ ਜੋ ਕੁਦਰਤ ਮਾਇਆ ਹੈ, ਉਸ ਮਾਇਆ ਦੁਆਰਾ ਆਪਣੇ ਤੋਂ ਭਿੰਨ ਸ੍ਰਿਸ਼ਟੀ ਸਾਜਣਾ ਭਾਵ ਰਚਨਾ ਕੀਤੀ ਹੈ ਅਤੇ ਆਪ ਹੀ ਸਾਰਿਆਂ ਦੇ ਅੰਤਸ਼ ਕਰਨ ਵਿੱਚ ਇਸਤਤ ਹੋ ਕਰਕੇ ਉਤਸ਼ਾਹ ਦੇ ਨਾਲ ਡਿਠੋ ਵੇਖ ਰਿਹਾ ਹੈ, ਚਾਉ ਅਚਾਉ ਵਾਲਿਆਂ ਨੂੰ ਵੇਖ ਰਿਹਾ ਹੈ। ਹੁਣ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ, ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰਹਿ ਪਸਾਉ। ਹੇ ਪਰਮੇਸ਼ਰ, ਤੂੰ ਆਪ ਹੀ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਸ੍ਰਿਸ਼ਟੀ ਦਾ ਕਰਤਾ ਸਿਰਜਣਹਾਰ ਵੀ ਤੂੰ ਆਪ ਹੈ। ਮਾਇਆ ਸਭ ਲੋ ਕੇ ਈਸ਼ਰ ਰੂਪ ਵੀ ਤੂੰ ਆਪ ਹੈ ਤੇ ਸ਼ੁਭ ਅਸ਼ੁਭ ਕਰਮਾਂ ਨੂੰ ਕਰਨ ਵਾਲਾ ਅਲਪੱਗ ਜੀਵ ਰੂਪ ਵੀ ਤੂੰ ਆਪ ਹੀ ਹੈ। ਜਿਨ੍ਹਾਂ ਉੱਤੇ ਤੁਸ ਪ੍ਰਸੰਨ ਹੁੰਦਾ ਉਹਨਾਂ ਨੂੰ ਭਗਤੀ ਦੀ ਗਿਆਨ ਦੀ ਪਸਾਉ ਦਾਤ ਦੇਣਾ ਕਰਦਾ ਹੈ ਅਤੇ ਤੂੰ ਜਾਣ ਹੋਈ ਸਭ ਸਹਿ ਦੇ ਲੈ ਸਹਿ ਜਿੰਦ ਕਵਾਉ। ਤੂੰ ਹੀ ਸਭ ਕਿਸੇ ਦੇ ਚੰਗੇ ਮੰਦੇ ਕਰਮਾਂ ਨੂੰ ਜਾਣ ਹੋਈ ਜਾਣਨ ਵਾਲਾ ਹੈ। ਤੂੰ ਹੀ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ, ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਹੈ ਅਤੇ ਲੈ ਕਰਤਾ ਵੀ ਤੂੰ ਆਪ ਹੈ। ਜਿਵੇਂ ਜਿੰਦ ਜੀਵਨ ਦੇ ਦਿੰਦਾ ਹੈ, ਉਵੇਂ ਜਿੰਦ ਰੂਪੀ ਕਵਾਉ ਪੁਸ਼ਾਕ ਜੀਵ ਤੋਂ ਖੋਹ ਵੀ ਲੈਂਦਾ ਹੈ। ਕਰ ਆਸਣ ਡਿਠੋ ਚਾਉ। ਇਸ ਪ੍ਰਕਾਰ ਸ੍ਰਿਸ਼ਟੀ ਰਚ ਕੇ ਸਾਰਿਆਂ ਦੇ ਹਿਰਦਿਆਂ ਵਿੱਚ ਆਸਣ ਇਸਤਤ ਹੋ ਕਰਕੇ ਚਾਉ ਉਤਸ਼ਾਹ ਪੂਰਵਕ ਵੇਖ ਰਿਹਾ ਹੈ। ਜੀਵਾਂ ਦੇ ਅੰਤਸ਼ ਕਰਨ ਵਿੱਚ ਤੂੰ ਆਪਣਾ ਆਸਣ ਲਾ ਕਰਕੇ ਤਮਾਸ਼ਾ ਦੇਖਦਾ ਹੈ। ਸਾਰਿਆਂ ਨੂੰ ਆਦਿਸ਼ਠਾਨ ਰੂਪ ਹੋ ਕਰਕੇ ਆਸਣ ਲਾ ਕੇ ਕੁਦਰਤ ਦੇ ਵਿੱਚ ਤੇ ਆਪਣੀ ਕੀਤੀ ਨੂੰ ਦੇਖ ਕੇ ਖੁਸ਼ ਹੋ ਰਿਹਾ ਹੈ। ਸੋ ਇਸ ਲੋਕਾਂ ਤੇ ਪੌੜੀ ਦਾ ਮੁੱਖ ਜੋ ਭਾਵ ਹੈ, ਸ੍ਰੀ ਆਸਾ ਜੀ ਦੀ ਵਾਰ ਜੀ ਦੇ ਪੌੜੀਆਂ ਵਿੱਚ ਆਏ ਸਲੋਕ ਜਾਂ ਮਹੱਲਿਆਂ ਦਾ ਪੌੜੀ ਦੇ ਸਿਧਾਂਤ ਨਾਲ ਸਿੱਧਾ ਜਾਂ ਅਸਿੱਧਾ ਵਿਆਖਿਆ ਦਾ ਸੰਬੰਧ ਜੁੜਦਾ ਹੈ। ਪਹਿਲੀ ਪੌੜੀ ਦੇ ਸਿਧਾਂਤ ਤੋਂ ਸਲੋਕ ਅਤੇ ਮਹੱਲਿਆਂ ਦਾ ਸਿਧਾਂਤ ਵਿਆਖਿਆਕਾਰ ਨੂੰ ਵਿਚਾਰ ਦ੍ਰਿਸ਼ਟੀ ਵਿੱਚ ਅਲੱਗ ਨਜ਼ਰ ਆਵੇਗਾ। ਵੈਸੇ ਤਾਂ ਗੁਰੂ ਦੀ ਕਰਨੀ ਤੇ ਸਿੱਖ ਨੂੰ ਕੇਵਲ ਵਿਸ਼ਵਾਸ ਹੀ ਚਾਹੀਦਾ ਹੈ। ਸ਼ੰਕਾਵਾਦੀ ਰਸਤਾ ਸਿੱਖ ਜੀਵਨ ਲਈ ਭਿਆਨਕ ਹੋ ਸਕਦਾ ਹੈ। ਫਿਰ ਵੀ ਇਸ ਗੱਲ ਨੂੰ ਸ਼ੰਕਾ ਨਿਵਰਤੀ ਅਰਥੇ ਗੁਰੂ ਘਰ ਦੇ ਨਾਮ ਰਸੀਏ ਤੇ ਕਮਾਈ ਵਾਲਿਆਂ ਦਾ ਇਹ ਨਿਸ਼ਚਾ ਹੈ ਕਿ ਆਸਾ ਦੀ ਵਾਰ ਦੇ ਮੁੱਢਲੇ ਸਲੋਕ ਤੇ ਮਹੱਲੇ ਮੰਗਲ ਰੂਪ ਦੇ ਵਿੱਚ ਤਰਤੀਬ ਜਾਣਨੀ। ਇਸ ਦਾ ਸਾਰ ਅੰਸ਼ ਇਹ ਹੈ, ਪਹਿਲੇ ਦੋ ਸਲੋਕ ਸਤਿਗੁਰਾਂ ਤੋਂ ਬਲਿਹਾਰ ਜਾਣ ਦਾ ਉਪਦੇਸ਼ ਬਖਸ਼ਦੇ ਹਨ। ਮਨੁੱਖਾਂ ਨੂੰ ਬ੍ਰਹਮ ਗਿਆਨੀ ਦੀ ਦੇਵ ਪਦਵੀ ਵਾਲਾ ਪ੍ਰਕਾਸ਼ ਰੂਪ ਬਣਾ ਦਿੱਤਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਮਹੱਲੇ ਵਿੱਚ ਇਹ ਫਰਮਾਨ ਕਰਦੇ ਹਨ ਕਿ ਸਤਿਗੁਰਾਂ ਤੋਂ ਬਿਨਾਂ ਸੈਂਕੜੇ ਚੰਦ ਅਤੇ ਹਜ਼ਾਰਾਂ ਸੂਰਜ ਚੜ੍ਹ ਜਾਣ, ਇਤਨਾ ਪ੍ਰਕਾਸ਼ ਹੁੰਦਿਆਂ ਸਤਿਗੁਰਾਂ ਤੋਂ ਬਿਨਾਂ ਅਗਿਆਨ ਦੇ ਹਨੇਰੇ ਨੂੰ ਕੋਈ ਮੇਟਣ ਨੂੰ ਸਮਰੱਥ ਨਹੀਂ, ਨਾ ਕੋਈ ਮੇਟ ਸਕਦਾ ਹੈ। ਅਗਿਆਨ ਦਾ ਭਿਆਨਕ ਹਨੇਰਾ ਬਣਿਆ ਹੀ ਰਹਿੰਦਾ। ਜਿਹੜੇ ਅਕਾਲ ਪੁਰਖ ਸਰੂਪ ਗੁਰੂ ਨੂੰ ਚੇਤੇ ਨਹੀਂ ਨਾ ਕਰਦੇ, ਆਪਣੇ ਮਨ ਵਿੱਚ ਸਾਵਧਾਨ ਹੋ ਕੇ ਨਹੀਂ ਰਹਿੰਦੇ, ਉਹ ਫਲ ਰਹਿਤ ਤਿਲਾਂ ਦੇ ਬੂਟਿਆਂ ਦੀ ਨਿਆਈ ਹਨ।
ਉਹਨਾਂ ਅੰਦਰ ਵਿਸ਼ਿਆਂ ਰੂਪੀ ਸੁਆਹ ਹੈ। ਉਹਨਾਂ ਦਾ ਲੋਕ ਪ੍ਰਲੋਕ ਵਿੱਚ ਕੋਈ ਰਾਖਾ ਨਹੀਂ ਹੁੰਦਾ। ਭਾਵੇਂ ਉਹ ਪੁੱਤਰਾਂ ਆਦਿ ਕਰਕੇ ਪ੍ਰਫੁੱਲਤ ਵੀ ਹਨ, ਪੁੰਨ ਦਾਨ ਕਰਨ ਰੂਪ ਫਲ ਵੀ ਲੱਗਦੇ ਹਨ, ਪਰ ਹਿਰਦੇ ਵਿੱਚ ਵਿਸ਼ਿਆਂ ਦੀ ਸੁਆਹ ਹੀ ਹੈ। ਪਰਮੇਸ਼ਰ ਨੇ ਆਪ ਹੀ ਦੂਜੀ ਕੁਦਰਤ ਦੁਆਰਾ ਸ੍ਰਿਸ਼ਟੀ ਸਾਜੀ ਹੈ ਅਤੇ ਆਪ ਹੀ ਵਿੱਚ ਆਸਣ ਲਾ ਕੇ ਚਾਉ ਤੇ ਅਚਾਉ ਵਾਲਿਆਂ ਨੂੰ ਦੇਖ ਰਿਹਾ ਹੈ। ਸੋ ਇਸ ਪ੍ਰਕਾਰ ਸ਼ਲੋਕ ਅਤੇ ਮਹੱਲੇ ਦਾ ਸੰਖੇਪ ਰੂਪ ਹੈ। ਅੱਜ ਇਤਨਾ ਹੀ ਲੜੀਵਾਰ ਵਿਚਾਰ ਦੇ ਵਿੱਚ ਆਪ ਜੀ ਨਾਲ ਸਾਂਝ ਪਾ ਸਕੇ ਹਾਂ। ਸੋ ਆਉਣ ਵਾਲੀ ਕੱਲ੍ਹ ਦੇ ਵਿੱਚ ਲੜੀਵਾਰ ਵਿਚਾਰ ਦੀ ਸਾਂਝ ਪਾਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।